हाँ जी बेटे, लास्ट टाइम ਆਪਾਂ ਕੀਤਾ ਸੀਗਾ एरर एंड इट्स टाइप्स। आवाज आ रही है बेटे? ठीक है जी। हाँ जी। ਅੱਜ ਆਪਾਂ ਕਰਦੇ ਹਾਂ ਬੇਟੇ, ਪਹਿਲਾਂ ਥੋੜੀਆਂ ਦੋ ਕੁ ਡੈਫੀਨੇਸ਼ਨਸ ਕਰ ਲੈਂਦੇ ਹਾਂ, ਰਿਲੇਟਿਵ ਐਰਰ ਤੇ ਪਰਸੈਂਟੇਜ ਐਰਰ। ਉਸ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਟੌਪਿਕ ਹੈ ਉਹ ਆਪਾਂ ਕਰਾਂਗੇ ਪ੍ਰੋਪੇਗੇਸ਼ਨ ਆਫ ਐਰਰ। ਠੀਕ ਹੈ ਜੀ। ਪਹਿਲਾਂ ਜਿਹੜਾ ਆਪਾਂ ਟੌਪਿਕ ਕਰਦੇ ਹਾਂ ਬੇਟੇ, ਉਹ ਆਪਣੇ ਕੋਲ ਕੀ ਹੈ, ਰਿਲੇਟਿਵ ਐਰਰ। ਰਿਲੇਟਿਵ ਐਰਰ। ਹਾਂਜੀ ਬੇਟੇ, ਆਪਾਂ ਕੱਲ ਕੀਤਾ ਸੀਗਾ, ਆਪਾਂ ਕਿਹਾ ਸੀ ਲੈਟ ਅਸ ਟੇਕ ਅ ਟਰਮ ਏ। ਠੀਕ ਹੈ ਜੀ, ਕੋਈ ਟਰਮ ਆਪਾਂ ਲੈ ਲਈ, ਏ ਲੈ ਲਈ। ਐਨੀ ਵੈਲਿਊ ਹੈ ਜਾਂ ਐਨੀ ਨੰਬਰ ਹੈ, ਉਹ ਆਪਾਂ ਕੀ ਲੈ ਲਿਆ ਬੇਟੇ, ਏ। ਠੀਕ ਹੈ ਜੀ। ਜਿਹੜੀ ਇਹਦੇ ਵਿੱਚ ਐਰਰ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਡੈਲਟਾ ਏ। ਕੀ ਕਹਿ ਦਿੰਦੇ ਬੇਟੇ, ਡੈਲਟਾ ਏ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਨੂੰ ਆਪਾਂ ਕੀ ਕਹਿੰਦੇ ਆ, ਡੈਲਟਾ ਏ। ਕੱਲ ਅਸੀਂ ਕੈਲਕੂਲੇਟ ਕੀਤੀ ਸੀ ਵੀ ਜਿਹੜੀ ਐਰਰ ਹੈ ਉਹ ਆਪਣੇ ਕੋਲ ਕਹਿੰਦੇ ਬਰਾਬਰ ਹੁੰਦੀ ਹੈ ਟਰੂ ਵੈਲਿਊ ਮਾਈਨਸ ਅਬਜ਼ਰਵਡ ਵੈਲਿਊ। ਟਰੂ ਵੈਲਿਊ ਮਾਈਨਸ ਅਬਜ਼ਰਵਡ ਵੈਲਿਊ। ਹਾਂਜੀ, ਇਹਨੂੰ ਆਪਾਂ ਬੇਟੇ ਐਬਸੋਲੂਟ ਐਰਰ ਵੀ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਬੇਟੇ ਇਹਨੂੰ ਆਪਾਂ, ਐਬਸੋਲੂਟ ਐਰਰ। ਹਾਂਜੀ, ਹੁਣ ਜਿਹੜੀ ਇਹ ਵੈਲਿਊ ਆਉਣੀ ਹੈ ਨਾ ਬੇਟੇ, ਇਟ ਮੇ ਬੀ ਪੋਜ਼ਿਟਿਵ ਔਰ ਨੈਗੇਟਿਵ। ਕੱਲ ਵੀ ਆਪਾਂ ਕੀਤਾ ਸੀ ਨਾ ਬੇਟੇ, ਜੇ ਅਬਜ਼ਰਵਡ ਵੈਲਿਊ ਟਰੂ ਵੈਲਿਊ ਨਾਲੋਂ ਵੱਡੀ ਆ ਗਈ ਤਾਂ ਨੈਗੇਟਿਵ ਆ ਜਾਊਗਾ, ਜੇ ਟਰੂ ਵੈਲਿਊ ਵੱਡੀ ਹੈ ਤਾਂ ਪੋਜ਼ਿਟਿਵ ਆ ਜਾਊਗਾ। ਠੀਕ ਹੈ ਜੀ। ਇਹਨੂੰ ਆਪਾਂ ਜਿਵੇਂ ਆਪਾਂ ਡਿਨੋਟ ਕਰਦੇ ਹਾਂ, ਮੰਨ ਲਓ ਡੈਲਟਾ ਏ ਜਿਹੜੀ ਹੈ ਉਹ ਐਰਰ ਨੂੰ, ਆਪਾਂ ਐਬਸੋਲੂਟ ਐਰਰ ਨੂੰ ਅਸੀਂ ਡਿਨੋਟ ਕਰਦੇ ਹਾਂ। ਠੀਕ ਹੈ, ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਜਦੋਂ ਅਸੀਂ ਇਹਦੀ ਵੈਲਿਊ ਲਿਖਦੇ ਹਾਂ ਤਾਂ ਅਸੀਂ ਇਹਨੂੰ ਐਂ ਲਿਖਦੇ ਹਾਂ ਏ ਪਲੱਸ ਮਾਈਨਸ ਡੈਲਟਾ ਏ। ਜਿਹੜਾ ਰਿਜ਼ਲਟ ਅਸੀਂ ਲਿਖਦੇ ਹਾਂ ਇਹਦਾ ਵੀ ਏ ਦੇ ਵਿੱਚ ਆਪਣੇ ਕੋਲ ਕੀ ਹੋ ਸਕਦਾ, ਏ ਤਾਂ ਆਪਣੇ ਕੋਲ ਟਰੂ ਵੈਲਿਊ ਹੈ ਤੇ ਡੈਲਟਾ ਏ ਕੀ ਹੈ ਆਪਣੇ ਕੋਲ, ਐਬਸੋਲੂਟ ਐਰਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਉਹ ਵੈਲਿਊ ਵਿੱਚ ਐਡ ਵੀ ਹੋ ਸਕਦੀ ਹੈ ਤੇ ਸਬਟਰੈਕਟ ਵੀ ਹੋ ਸਕਦੀ ਹੈ। ਇਹਨੂੰ ਇਸ ਤਰ੍ਹਾਂ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਦੱਸੋ ਬੇਟੇ, ਆਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਵਾਟ ਇਜ਼ ਦ ਰਿਲੇਟਿਵ ਐਰਰ? ਹਾਂਜੀ ਬੇਟੇ, ਰਿਲੇਟਿਵ ਐਰਰ ਦੀ ਜੇ ਅਸੀਂ ਰਿਲੇਟਿਵ ਜਾਂ ਰਿਲੇਟਿਵ ਐਰਰ ਕੀ ਕਹਿੰਦੀ ਬੇਟੇ ਆਪਣੇ ਕੋਲ, ਇਹ ਆਪਾਂ ਇਹਦੇ 'ਚ ਇਹ ਦੇਖਣਾ ਹੁੰਦਾ ਵੀ ਏ ਦੇ ਕੰਪੈਰੀਟਿਵਲੀ ਟਰੂ ਵੈਲਿਊ ਜਿਹੜੀ ਆਪਣੇ ਕੋਲ ਸੀਗੀ ਉਹਦੇ ਕੰਪੈਰੀਟਿਵਲੀ ਆਪਣੇ ਕੋਲ ਐਰਰ ਕਿੰਨੀ ਆਈ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਟਰੂ ਵੈਲਿਊ ਹੈ, ਇਹ ਆਪਣੇ ਕੋਲ ਕੀ ਹੈ, ਐਬਸੋਲੂਟ ਐਰਰ ਹੈ, ਤੇ ਰਿਲੇਟਿਵ ਐਰਰ ਕੀ ਹੋਊਗੀ, ਉਹ ਹੋਊਗੀ ਡੈਲਟਾ ਏ ਬਾਏ ਏ। ਕੀ ਹੋਊਗੀ ਬੇਟੇ, ਡੈਲਟਾ ਏ ਬਾਏ ਏ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਬੇਟੇ? ਡੈਲਟਾ ਏ ਆਪਣੇ ਕੋਲ ਕੀ ਹੈ ਬੇਟੇ, ਇਹ ਹੈਗੀ ਹੈ ਐਬਸੋਲੂਟ ਐਰਰ। ਇਹ ਆਪਣੇ ਕੋਲ ਕੀ ਹੈ, ਐਬਸੋਲੂਟ ਐਰਰ। ਤੇ ਇਹ ਆਪਣੇ ਕੋਲ ਕੀ ਹੈ ਬੇਟੇ, ਟਰੂ ਵੈਲਿਊ। ਇਹ ਆਪਣੇ ਕੋਲ ਕੀ ਹੈ ਬੇਟੇ, ਟਰੂ ਵੈਲਿਊ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? So what is the relative error? It is the ratio of the absolute error to the true value. ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ? ਠੀਕ ਹੈ ਜੀ। ਆਪਾਂ ਕਹਿ ਸਕਦੇ ਹਾਂ it is the ratio of the absolute error to the true value.
ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਟ ਇਜ਼ ਦੀ ਰੇਸ਼ੋ ਆਫ ਦੀ ਐਬਸੋਲੂਟ ਐਰਰ ਟੂ ਦੀ ਟਰੂ ਵੈਲਿਊ। ਹੁਣ ਇਹਦੇ ਯੂਨਿਟ ਕੋਈ ਨਹੀਂ ਹੈਗੇ। ਯੂਨਿਟ ਕੀ ਹੈ ਇਹਦੇ? ਦੇਖੋ ਬੇਟੇ ਉੱਪਰ ਵੀ ਜਿਹੜੀ ਵੀ ਵੈਲਿਊ ਜੇ ਲੈਂਥ ਹੈ ਤਾਂ ਉੱਪਰ ਵੀ ਲੈਂਥ ਹੋਊਗੀ, ਨੀਚੇ ਵੀ ਲੈਂਥ ਹੋਊਗੀ। ਇਟ ਮੀਨਸ ਇਹਦੇ ਕੀ ਹੈ? ਨੋ ਯੂਨਿਟ। ਇਹ ਨੰਬਰ ਹੈ, ਇਹ ਆਪਣੇ ਕੋਲ ਕੀ? ਇਟ ਇਜ਼ ਜਸਟ ਅ ਨੰਬਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ, ਇਟ ਇਜ਼ ਜਸਟ ਅ ਨੰਬਰ, ਇਟ ਹੈਜ਼ ਨੋ ਯੂਨਿਟਸ। ਠੀਕ ਹੈ। ਹੁਣ ਜਿਵੇਂ ਮੰਨ ਲਓ ਆਪਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਆਪਾਂ ਲਈ ਸੀ ਕੱਲ। ਮੰਨ ਲਓ ਐਗਜ਼ਾਮਪਲ ਲਈਏ ਵੀ ਕਿਸ ਤਰ੍ਹਾਂ ਨਾਲ ਅਸੀਂ ਇਹਨੂੰ ਕੈਲਕੂਲੇਟ ਕਰਾਂਗੇ, ਤਾਂ ਆਪਾਂ ਕਹੀਏ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ ਜਿਹੜੀ, ਉਹਦੀ ਵੈਲਿਊ ਕੀ ਹੁੰਦੀ? 9.8 ਮੀਟਰ ਪਰ ਸੈਕਿੰਡ ਸਕੁਅਰ। ਜੇ ਸੈਂਟੀਮੀਟਰ ਚ ਲਈਏ ਤਾਂ ਉਹਨੂੰ ਆਪਾਂ ਕਹਿ ਦਿੰਦੇ 980। ਤਾਂ ਇਹ ਵੈਲਿਊ ਸਾਡੇ ਕੋਲ ਕੀ ਹੋਗੀ? ਟਰੂ ਵੈਲਿਊ ਹੋਗੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਮੰਨ ਲਓ ਜਿਹੜੀ ਤੁਹਾਡੇ ਕੋਲੇ ਐਰਰ ਆਈ ਹੈ, ਇਹ ਜਿਹੜੀ ਆਪਣੇ ਕੋਲ ਯੂਨਿਟ ਹੋਣਗੇ ਇਹਦੇ ਸੈਂਟੀਮੀਟਰ ਚ ਹੋਣਗੇ ਬੇਟੇ, ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਮੀਟਰ ਦੇ ਵਿੱਚ ਲੈਣੇ ਤਾਂ ਆਉਂਦੀ 9.8 ਮੀਟਰ ਪਰ ਸੈਕਿੰਡ ਸਕੁਅਰ। ਇਹਨੂੰ ਕਨਵਰਟ ਕੀਤਾ ਹੋਇਆ। ਮੰਨ ਲਓ ਜਿਹੜੀ ਤੁਸੀਂ ਵੈਲਿਊ ਅਬਜ਼ਰਵਡ ਕੀਤੀ ਹੈ, ਅਬਜ਼ਰਵਡ ਵੈਲਿਊ, ਤੁਸੀਂ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਕੀ ਸੀ? ਯੂ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ acceleration due to gravity and your value came out to be 945 सेंटीमीटर पर सेकंड स्क्वायर। क्लियर होया कि नहीं होया बेटे? एब्सोल्यूट एरर कितनी आ गई बेटे फिर ਇਹਦੇ ਚ? फार्मूला ਕੀ ਹੁੰਦਾ? ट्रू वैल्यू माइनस अब्जॉर्ब्ड वैल्यू। 980 माइनस 945, 980 माइनस 945, ਇਹ ਵੈਲਿਊ ਆ ਗਈ 35 ਵੈਲਿਊ ਕਿੰਨੀ ਆ ਗਈ ਬੇਟੇ? ਇਹਦਾ ਮਤਲਬ ਤੁਹਾਡੇ ਕੋਲੇ ਡੈਲਟਾ ਏ ਕਿੰਨਾ ਆ ਗਿਆ? ਐਬਸੋਲੂਟ ਐਰਰ ਕਿੰਨੀ ਆ ਗਈ? ਪੋਜ਼ਿਟਿਵ 35 ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਤੁਹਾਨੂੰ ਸੋਲਵ ਕਰਕੇ ਦੱਸ ਰਿਹਾ ਵੀ ਇਸ ਤਰ੍ਹਾਂ ਨਾਲ ਆਵੇ ਤਾਂ ਕਿਵੇਂ ਸੋਲਵ ਕਰਨਾ ਹੈ। ਆਹ ਵੈਲਿਊਜ਼ ਆਪਾਂ ਨੂੰ ਦਿੱਤੀਆਂ ਹੋਣਗੀਆਂ, ਆਹ ਵੈਲਿਊ ਅਸੀਂ ਕੈਲਕੂਲੇਟ ਕਰ ਲੈਣੀ ਹੈ। ਉਸ ਤੋਂ ਬਾਅਦ ਜੇ ਆਪਾਂ ਨੂੰ ਕੱਲਾ ਕਹਿੰਦਾ ਐਬਸੋਲੂਟ ਐਰਰ ਕੈਲਕੂਲੇਟ ਕਰੋ ਤਾਂ ਇਹ ਐਬਸੋਲੂਟ ਐਰਰ ਆ ਗਈ 35 ਪੋਜ਼ਿਟਿਵ। ਠੀਕ ਹੈ ਜੀ। ਬਟ ਜੇ ਆਪਾਂ ਨੂੰ ਕਹਿੰਦਾ ਕੈਲਕੂਲੇਟ ਦੀ ਰਿਲੇਟਿਵ ਐਰਰ, ਤਾਂ ਰਿਲੇਟਿਵ ਐਰਰ ਹੈ ਜਾਂ ਰਿਲੇਟਿਵ ਐਰਰ ਹੈ, ਉਹਦਾ ਫਾਰਮੂਲਾ ਕੀ ਸੀਗਾ? ਐਬਸੋਲੂਟ ਐਰਰ ਟੂ ਦੀ ਟਰੂ ਵੈਲਿਊ। ਐਬਸੋਲੂਟ ਐਰਰ ਕਿੰਨੀ ਆਈ ਹੈ? 35। ਟਰੂ ਵੈਲਿਊ ਕਿੰਨੀ ਹੈ ਬੇਟੇ? 980। ਕਲੀਅਰ ਹੋਇਆ ਕਿ ਨਹੀਂ? ਹੁਣ ਇਹਦੇ ਯੂਨਿਟ ਵੀ ਕੀ ਹੋਣਗੇ? ਸੈਂਟੀਮੀਟਰ ਪਰ ਸੈਕਿੰਡ ਸਕੁਅਰ ਦੇ ਇਹਦੇ ਯੂਨਿਟ ਵੀ ਕੀ ਸੀ? ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਇਹ ਆਪਸ ਇੱਕ ਦੂਸਰੇ ਨੂੰ ਕੀ ਕਰ ਦੇਣਗੇ? ਕੈਂਸਲ। ਤਾਂ ਹੀ ਆਪਾਂ ਕਿਹਾ ਸੀ ਵੀ ਇਟ ਹੈਜ਼ ਨੋ ਯੂਨਿਟ, ਇਟ ਹੈਜ਼ ਨੋ ਯੂਨਿਟ। ਇਹਦਾ ਮਤਲਬ ਇਹਦੀ ਵੈਲਿਊ ਜਦੋਂ ਅਸੀਂ ਕੈਲਕੂਲੇਟ ਕੀਤੀ 35 ਡਿਵਾਈਡ ਬਾਈ 980, ਇਟ ਕੇਮ ਆਊਟ ਟੂ ਬੀ 0.036। ਸਾਡੀ ਮਾਡਰਨ ਦੀ ਬੁੱਕ ਦੀ ਐਗਜ਼ਾਮਪਲ ਹੈ ਬੇਟੇ। ਠੀਕ ਹੈ। ਲੇਕਿਨ ਦਿਸ ਇਜ਼ ਦੀ ਵੈਲਿਊ ਆਫ ਦੀ, ਆਦੀ ਵੈਲਿਊ ਆਈ ਹੈ ਇਹ ਰਿਲੇਟਿਵ ਐਰਰ, ਇਹਦੀ ਵੈਲਿਊ ਆਈ ਹੈ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਆਪਾਂ ਕੈਲਕੂਲੇਟ ਕਰਨੀ ਹੋਵੇ ਪਰਸੈਂਟੇਜ ਐਰਰ, ਕੀ ਕੈਲਕੂਲੇਟ ਕਰਨੀ ਹੋਵੇ? ਪਰਸੈਂਟੇਜ ਐਰਰ। ਪਰਸੈਂਟੇਜ ਦਾ ਮਤਲਬ ਕੀ ਹੁੰਦਾ ਬੇਟੇ? what is the meaning of percentage? I have got 90% marks, I have got 95% marks। percentage means out of 100, ਯਾਦ ਰੱਖੋ ਹਮੇਸ਼ਾ। percentage means ਵੀ 100 ਦੇ ਪਿੱਛੇ ਉਹ ਵੈਲਿਊ ਕਿੰਨੀ ਹੈ, 100 ਚੋਂ ਵੈਲਿਊ ਕਿੰਨੀ ਹੈ। ਪਰਸੈਂਟੇਜ ਦਾ ਮਤਲਬ ਇਹ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਜਿਹੜੀ ਅਸੀਂ ਰਿਲੇਟਿਵ ਐਰਰ ਕੈਲਕੂਲੇਟ ਕੀਤੀ ਹੈ, ਇਹ ਵੈਲਿਊ ਸਾਡੇ ਕੋਲ ਆ ਗਈ। ਹੁਣ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਵੀ ਜੇਕਰ ਟਰੂ ਵੈਲਿਊ 100 ਹੋਵੇ, ਟਰੂ ਵੈਲਿਊ ਕੀ ਹੋਵੇ?
100 ਹੋਵੇ ਤਾਂ ਉਹਦੇ ਮੁਕਾਬਲੇ ਐਰਰ ਕਿੰਨੀ ਹੈ। ਸੋ ਵਾਟ ਇਜ਼ ਪਰਸੈਂਟੇਜ ਐਰਰ? ਇਹ ਆਪਾਂ ਸਿੱਧਾ ਕਹਿ ਸਕਦੇ ਹਾਂ ਰਿਲੇਟਿਵ ਐਰਰ ਮਲਟੀਪਲਾਈ ਬਾਈ 100। ਕੀ ਫਾਰਮੂਲਾ ਹੁੰਦਾ ਇਹਦਾ? ਮਲਟੀਪਲਾਈ ਬਾਈ 100। ਜਾਂ ਤੁਹਾਨੂੰ ਬੁੱਕ ਦੇ ਵਿੱਚ ਆਹ ਫਾਰਮੂਲਾ ਲਿਖਿਆ ਮਿਲੂਗਾ, ਇਹਨੂੰ ਖੋਲ ਕੇ ਲਿਖ ਦਿਓ। ਰਿਲੇਟਿਵ ਐਰਰ ਕੀ ਸੀਗੀ? ਐਬਸੋਲੂਟ ਐਰਰ ਡਿਵਾਈਡ ਬਾਈ ਟਰੂ ਵੈਲਿਊ ਮਲਟੀਪਲਾਈ ਬਾਈ 100। ਇਹਦਾ ਮਤਲਬ ਪਿਛਲੀ ਐਗਜ਼ਾਮਪਲ ਚੋਂ ਅਸੀਂ ਦੇਖੀਏ ਤਾਂ ਆਹ ਵੈਲਿਊ ਅਸੀਂ ਕੈਲਕੂਲੇਟ ਕੀਤੀ ਹੋਈ ਹੈ ਨਾ। ਆਪਾਂ ਜਿਹੜੀ ਕੈਲਕੂਲੇਟ ਕੀਤੀ ਸੀ 35 ਡਿਵਾਈਡ ਬਾਈ 980, ਤੇ ਜਦੋਂ ਇਹਨੂੰ ਮਲਟੀਪਲਾਈ ਬਾਈ 100 ਕਰ ਦਿਆਂਗੇ ਤਾਂ ਜਿਹੜੀ 0.00 ਆ ਆਈ ਸੀ ਵੈਲਿਊ, ਇਹ ਆਪਣੇ ਕੋਲ ਕਿੰਨੀ ਹੈ ਵੇਖੋ, ਆ ਆਈ ਸੀ ਨਾ 0.036 ਮਲਟੀਪਲਾਈ ਬਾਈ 100। ਹੁਣ ਇਹਨੂੰ ਆਪਾਂ ਲਿਖ ਸਕਦੇ ਹਾਂ 36 ਡਿਵਾਈਡ ਬਾਈ 1000, 1 2 3, ਠੀਕ ਹੈ ਜੀ, ਮਲਟੀਪਲਾਈ ਬਾਈ 100। 2 0 ਨਾਲ 2 ਕੱਟ ਗਈਆਂ, ਇਹਦਾ ਮਤਲਬ ਐਰਰ ਕਿੰਨੀ ਆ ਗਈ? 3.6। ਕਿੰਨੀ ਆ ਗਈ? ਬਟ ਨਾਲ ਸਾਈਨ ਕਿਹੜਾ ਲਾਵਾਂਗੇ ਪੁੱਤਰ? ਪਰਸੈਂਟੇਜ। ਕਲੀਅਰ ਹੋਇਆ ਕਿ ਨਹੀਂ? ਵਾਟ ਇਜ਼ ਦ ਡਿਫਰੈਂਸ ਬਿਟਵੀਨ ਦੀ ਰਿਲੇਟਿਵ ਐਰਰ ਐਂਡ ਪਰਸੈਂਟੇਜ ਐਰਰ? ਠੀਕ ਹੈ ਜੀ, ਰਿਲੇਟਿਵ ਐਰਰ ਮੀਨਸ we have to calculate the value of the error with respect to absolute error and true value। ਟਰੂ ਵੈਲਿਊ ਦੇ ਮੁਕਾਬਲੇ ਐਰਰ ਦੀ ਰੇਸ਼ੋ ਕਿੰਨੀ ਆਈ ਹੈ, ਉਹ ਸਾਨੂੰ ਦੱਸਦੀ ਰਿਲੇਟਿਵ ਐਰਰ। ਬਟ ਜੇ ਅਸੀਂ ਉਹਨੂੰ ਪਰਸੈਂਟੇਜ ਕਨਵਰਟ ਕਰ ਦਿੰਨੇ ਤਾਂ ਦੱਸਦਾ ਵੀ ਜੇਕਰ ਟਰੂ ਵੈਲਿਊ 100 ਹੋਵੇ ਤਾਂ ਇਹਦਾ ਮਤਲਬ ਕੀ ਹੈ ਵੀ ਜੇ ਟਰੂ ਵੈਲਿਊ 100 ਹੈ ਤਾਂ ਐਰਰ ਕਿੰਨੀ ਹੈ? 3.6। ਐਰਰ ਕਿੰਨੀ ਹੈ? 3.6। ਇਹਦਾ ਮਤਲਬ ਇਹ ਹੈ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸਾਰਿਆਂ ਨੂੰ ਕਲੀਅਰ ਹੋ ਗਿਆ ਬੇਟੇ? ਇਹਦਾ ਧਿਆਨ ਰੱਖਿਆ ਜਾਣਾ ਬੇਟੇ, ਠੀਕ ਹੈ। ਕਈ ਥਾਵਾਂ ਤੇ ਆਪਣੇ ਕੋਲ ਕੀ ਹੁੰਦਾ ਬੇਟੇ, ਟਰੂ ਵੈਲਿਊ ਨੋਟ ਗਿਵਨ। ਆਪਣੇ ਕੋਲ ਕੀ ਹੁੰਦਾ? ਨੋਟ ਹੈ। ਸਮਟਾਈਮਸ true value is not given, true value is not ਜਾਂ known। ਸਾਨੂੰ ਪਤਾ ਨਹੀਂ ਹੁੰਦੀ ਜਾਂ ਦਿੱਤੀ ਨਹੀਂ ਹੁੰਦੀ ਵੈਲਿਊ, ਤਾਂ ਉਸ ਕੇਸ 'ਚ ਅਸੀਂ ਕੀ ਕਰਦੇ ਹਾਂ? ਜਿਹੜੀ ਵੀ ਆਪਣੇ ਕੋਲ ਫਿਗਰ ਦਿੱਤੀ ਹੁੰਦੀ ਹੈ ਅਸੀਂ ਉਹਦੀ ਐਵਰੇਜ ਕੱਢ ਦਿੰਨੇ ਆ। ਕੀ ਕੱਢ ਦਿੰਨੇ ਆ? ਉਹਦੀ ਐਵਰੇਜ। ਪਤਾ ਬੇਟੇ ਐਵਰੇਜ ਜਾਂ ਮੀਨ ਵੈਲਿਊ ਮੈਚ ਕੀਤਾ ਹੋਣਾ, ਕੀ ਕੈਲਕੂਲੇਟ ਕਰ ਦਿੰਨੇ? ਐਵਰੇਜ ਜਾਂ ਮੀਨ ਵੈਲਿਊ ਇਜ਼ ਟੇਕਨ ਐਜ਼ ਟਰੂ ਵੈਲਿਊ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਜੇ ਮੰਨ ਲਓ ਐਗਜ਼ਾਮਪਲ ਲਈਏ ਵੀ ਆਪਣੇ ਕੋਲ ਜਿਹੜੀਆਂ ਵੈਲਿਊ ਦਿੱਤੀਆਂ ਹੋਈਆਂ, ਮੰਨ ਲਓ 900 ਹੈ, 1800 ਹੈ, ਠੀਕ ਹੈ ਜੀ, 1000। ਕੈਲਕੂਲੇਸ਼ਨ ਸੌਖੀ ਵਾਸਤੇ 00 ਇਸ ਤਰ੍ਹਾਂ ਨਾਲ ਲੈ ਰਹੇ, ਕੋਈ ਵੀ ਵੈਲਿਊ ਦਿੱਤੀ ਹੋ ਸਕਦੀ ਹੈ, ਠੀਕ ਹੈ ਜੀ। ਹੁਣ ਆਪਣੇ ਕੋਲ ਆ ਵੈਲਿਊ ਦਿੱਤੀਆਂ, ਮੰਨ ਲਓ ਇਹ ਤਿੰਨ ਵੈਲਿਊ ਅਸੀਂ ਤਿੰਨ ਰੀਡਿੰਗਸ ਲਈਆਂ, ਇਹ ਸਾਡੇ ਕੋਲ ਕੀ ਹੈ? ਅਬਜ਼ਰਵਡ ਵੈਲਿਊ। ਇਹ ਸਾਡੇ ਕੋਲ ਕੀ ਹੈ? ਹੁਣ ਅਸੀਂ ਐਰਰ ਕੈਲਕੂਲੇਟ ਕਰਨਾ ਤਾਂ ਸਾਨੂੰ ਕੀ ਚਾਹੀਦੀ ਹੈ? ਫॉर ਕੈਲਕੂਲੇਟਿੰਗ ਦੀ ਐਰਰ ਆਪਾਂ ਨੂੰ ਕੀ ਚਾਹੀਦੀ ਹੈ? ਐਬਸੋਲੂਟ ਐਰਰ ਕੈਲਕੂਲੇਟ ਕਰਨੀ ਹੈ ਤਾਂ ਟਰੂ ਵੈਲਿਊ ਚਾਹੀਦੀ ਹੈ, ਮਾਈਨਸ ਅਬਜ਼ਰਵਡ ਵੈਲਿਊ ਤਾਂ ਹੀ ਹੋਊਗੀ। ਪਰ ਸਾਡੇ ਕੋਲ ਟਰੂ ਵੈਲਿਊ ਹੈ ਹੀ ਨਹੀਂ, ਤਾਂ ਅਸੀਂ ਕੀ ਕਰਾਂਗੇ? ਜਿਹੜੀਆਂ ਸਾਨੂੰ ਇਹ ਵੈਲਿਊਜ਼ ਅਬਜ਼ਰਵਡ ਦਿੱਤੀਆਂ ਹੋਈਆਂ ਜਾਂ ਅਸੀਂ ਜਿਹੜੀਆਂ ਕੈਲਕੂਲੇਟ ਕੀਤੀਆਂ, ਅਸੀਂ ਇਹਨਾਂ ਦਾ ਕੀ ਕੈਲਕੂਲੇਟ ਕਰਾਂਗੇ? ਮੀਨ। ਕੀ ਕੈਲਕੂਲੇਟ ਕਰਾਂਗੇ? ਹਾਂਜੀ ਬੇਟੇ, ਆਵਾਜ਼ ਆ ਰਹੀ ਹੈ? ਹਾਂਜੀ, ਆਪਾਂ ਜਿਹੜੀਆਂ ਵੈਲਿਊਜ਼ ਆਪਣੇ ਕੋਲ ਦਿੱਤੀਆਂ ਹੋਈਆਂ ਸੀ ਅਸੀਂ ਉਹਦਾ ਕੀ ਕੈਲਕੂਲੇਟ ਕਰਾਂਗੇ? ਮੀਨ। ਮੀਨ ਜਾਂ ਐਵਰੇਜ ਇੱਕੋ ਗੱਲ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ? ਜਿਹੜੀਆਂ ਵੈਲਿਊਜ਼ ਦਿੱਤੀਆਂ ਹੋਈਆਂ ਸੀਗੀਆਂ 900, 1800, ਠੀਕ ਹੈ ਜੀ, ਮੰਨ ਲਓ ਇੱਕ ਦਿੱਤੀ ਹੋਈ ਹੈ, ਠੀਕ ਹੈ, ਆਹ ਵੈਲਿਊਜ਼ ਆਪਣੇ ਕੋਲ ਦਿੱਤੀਆਂ ਹੋਈਆਂ। ਐਵਰੇਜ ਜਾਂ ਮੀਨ ਵੈਲਿਊ ਕੀ ਕਰੀਦਾ? ਸਾਰੀਆਂ ਵੈਲਿਊਜ਼ ਦਾ ਜੋੜ ਬਟਾ ਜਿੰਨੀਆਂ ਰਕਮਾਂ, ਤਿੰਨ ਵੈਲਿਊਜ਼ ਹੈ ਤਾਂ ਡਿਵਾਈਡ ਬਾਈ 3। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹੁਣ ਅਸੀਂ ਇਹਨਾਂ ਨੂੰ ਐਡ ਕਰੀਏ ਤਾਂ ਇਹ ਵੈਲਿਊ ਸਾਡੇ ਕੋਲ ਕਿੰਨੀ ਆ ਗਈ? +1000 ਡਿਵਾਈਡ ਬਾਈ 3। ਕਲੀਅਰ ਹੋਇਆ ਕਿ ਨਹੀਂ ਹੋਇਆ?
ਕੈਲਕੂਲੇਸ਼ਨ ਸੌਖੀ ਕਰਨ ਵਾਸਤੇ ਬੇਟੇ ਤੁਸੀਂ ਇਹ ਮੰਨ ਲਓ ਵੀ ਆ 1000 ਹੈ ਨਹੀਂ, ਠੀਕ ਹੈ ਜੀ, ਇਹ 1000 ਹੈ ਨਹੀਂ, ਤਾਂ ਇੱਥੇ ਸਾਡੇ ਕੋਲ ਕੀ ਹੋ ਜਾਊਗਾ, ਡਿਵਾਈਡ ਬਾਈ ਕੀ ਹੋ ਜਾਊਗਾ, 2 ਹੋ ਜਾਊਗਾ, ਡਿਵਾਈਡ ਬਾਈ ਕੀ ਹੋ ਜਾਊਗਾ, ਕਿਉਂਕਿ ਦੋ ਰਕਮਾਂ ਸੀਗੀਆਂ, ਆ ਹੋ ਜਾਊਗਾ ਆਪਣੇ ਕੋਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜਦੋਂ ਅਸੀਂ ਇਹਨੂੰ ਕੀ ਕਰਾਂਗੇ, ਡਿਵਾਈਡ ਕਰਾਂਗੇ 2 ਨਾਲ, ਤਾਂ ਜਿਹੜੀ ਵੈਲਿਊ ਸਾਡੇ ਕੋਲ ਆਊਗੀ ਐਵਰੇਜ ਦੀ ਜਾਂ ਮੀਨ ਦੀ, that will be taken as true value, that will be taken as true value। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਧਿਆਨ ਰੱਖਣਾ, ਜੇ ਤਾਂ ਟਰੂ ਵੈਲਿਊ ਦਿੱਤੀ ਹੋਈ ਹੈ ਫਿਰ ਤਾਂ ਕੈਲਕੂਲੇਟ ਸਿੱਧਾ ਹੀ ਹੋ ਜਾਊਗਾ, ਬਟ ਇਫ the true value is not given, then we have to take the mean or the average of the given value and that average value or the mean value will be taken as true value। ਉਹਨੂੰ ਆਪਾਂ ਕੀ ਸਪੋਜ਼ ਕਰਕੇ ਚੱਲਾਂਗੇ ਵੀ ਇਹ ਟਰੂ ਵੈਲਿਊ ਹੈਗੀ। ਇਹ ਤਾਂ ਕੋਈ ਡਾਊਟ ਹੈ ਤਾਂ ਦੱਸੋ ਬੇਟੇ, ਸਾਰਿਆਂ ਨੂੰ ਕਲੀਅਰ ਹੈ? ਠੀਕ ਹੈ। ਨੈਕਸਟ ਆਪਣੇ ਕੋਲ ਕੀ ਹੈ, ਜਿਹੜਾ ਇੰਪੋਰਟੈਂਟ ਆਰਟੀਕਲ ਹੈ ਉਹ ਆਪਣੇ ਕੋਲ ਕੀ ਹੈ, ਪ੍ਰੋਪੇਗੇਸ਼ਨ ਆਫ ਐਰਰ। ਕੀ ਟੌਪਿਕ ਹੈ ਆਪਣੇ ਕੋਲ ਬੇਟੇ, व्हाट इज प्रोपेगेशन ऑफ एरर। प्रोपेगेशन ऑफ एरर, प्रोपेगेशन का मतलब ਕੀ ਹੁੰਦਾ ਬੇਟੇ, व्हाट इज द मीनिंग ऑफ प्रोपेगेशन? प्रोपेगेशन मींस एक प्लेस ਤੋਂ ਦੂਸਰੇ ਪਲੇਸ ਤੱਕ ਜਾਣਾ, ਪ੍ਰੋਪੇਗੇਟ ਹੋਣਾ, ਟ੍ਰਾਂਸਫਰ ਹੋਣਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਆਪਾਂ ਆਪਦੇ ਇਹਦੇ ਅਕੋਰਡਿੰਗਲੀ ਕਹੀਏ, ਜਿਹੜਾ ਟੌਪਿਕ ਅਸੀਂ ਕਰ ਰਹੇ ਹਾਂ, ਤਾਂ ਆਪਾਂ ਕਹਿ ਸਕਦੇ ਹਾਂ ਮੂਵਮੈਂਟ ਆਫ ਐਰਰ from components to the result। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਜਿਹੜੇ ਕੰਪੋਨੈਂਟ ਦੇ ਵਿੱਚ ਐਰਰ ਦਿੱਤੀ ਹੋਈ ਹੈ ਉਹਨਾਂ ਤੋਂ ਐਰਰ ਦਾ ਕਿੰਦੇ ਵਿੱਚ ਟ੍ਰਾਂਸਫਰ ਹੋ ਜਾਣਾ, ਰਿਜ਼ਲਟ ਦੇ ਵਿੱਚ ਟ੍ਰਾਂਸਫਰ ਹੋ ਜਾਣਾ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਕਹਾਂ ਵੀ ਮੰਨ ਲਓ a ਹੈ ਜਿਹੜਾ ਕੋਈ ਟਰਮ ਸੀ, a ਦੇ ਵਿੱਚ ਆਪਣੇ ਕੋਲ ਕੀ ਮੰਨ ਲਓ 5 ± 0.5, ਇਹ b ਹੈ, b ਦੇ ਵਿੱਚ ਆਪਾਂ ਲਿਖਿਆ ਮੰਨ ਲਓ 10 ± 0.5, a ਦੇ ਵਿੱਚ ਐਰਰ ਕਿੰਨੀ ਹੈ 0.5, b ਦੇ ਵਿੱਚ ਐਰਰ ਕਿੰਨੀ ਹੈ 0.5, ਮੰਨ ਲਓ ਅਸੀਂ ਕਰਤਾ x a b। ਕਲੀਅਰ ਹੋਈ ਜਾਂਦਾ ਬੇਟੇ? ਇਟ ਮੀਨਸ a ਦੇ ਵਿੱਚ ਵੀ ਐਰਰ ਸੀ, b ਦੇ ਵਿੱਚ ਵੀ ਐਰਰ ਸੀ, ਜਦੋਂ ਅਸੀਂ ਉਹਨਾਂ ਦਾ ਸਮ ਕਰਤਾ ਤਾਂ ਐਰਰ ਕਿੱਥੇ ਚਲੀ ਜਾਊਗੀ, ਉਹਦੇ ਰਿਜ਼ਲਟ ਦੇ ਵਿੱਚ ਵੀ ਚਲੀ ਜਾਊਗੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਦਿਸ ਇਜ਼ ਕਾਲਡ ਪ੍ਰੋਪੇਗੇਸ਼ਨ ਆਫ ਐਰਰ, ਦਿਸ ਇਜ਼ ਕਾਲਡ ਪ੍ਰੋਪੇਗੇਸ਼ਨ ਆਫ ਐਰਰ। ਐਰਰ ਕਿੱਥੋਂ ਚਲੇਗੀ, ਉਹਦੇ ਕੰਪੋਨੈਂਟ ਦੇ ਵਿੱਚ ਜਿਹੜੀ ਐਰਰ ਸੀ ਉਹਦੇ ਚ ਤੁਸੀਂ ਜਿਹੜਾ ਵੀ ਮੈਥਮੈਟੀਕਲ ਆਪਰੇਸ਼ਨ ਕੀਤਾ ਉਹਦੇ ਰਿਜ਼ਲਟ 'ਚ ਚਲੀ ਗਈ। ਜ਼ਰੂਰੀ ਨਹੀਂ ਐਡ ਕੀਤਾ, ਤੁਸੀਂ ਸਬਟਰੈਕਟ ਕਰ ਸਕਦੇ ਹੋ, ਮਲਟੀਪਲਾਈ ਕਰ ਸਕਦੇ ਹੋ, ਡਿਵਾਈਡ ਕਰ ਸਕਦੇ ਹੋ, ਐਡ ਕਰ ਸਕਦੇ ਹੋ, ਸਬਟਰੈਕਟ ਕਰ ਸਕਦੇ ਹੋ, ਮਲਟੀਪਲਾਈ ਕਰ ਸਕਦੇ ਹੋ, ਡਿਵਾਈਡ ਕਰ ਸਕਦੇ ਹੋ। ਤਾਂ ਐਰਰ ਕਿਸ ਤਰ੍ਹਾਂ ਨਾਲ ਜਿਹੜੀ ਕੰਪੋਨੈਂਟਸ ਤੋਂ ਜਿੰਦੇ ਉੱਪਰ ਅਸੀਂ ਕੀ ਕਰ ਰਹੇ ਹਾਂ, ਵੀ ਆਰ ਅਪਲਾਈਂਗ ਦੀ mathematical operation, how it is being transferred from the components to the result is called propagation of error। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸਾਰਿਆਂ ਨੂੰ ਕਲੀਅਰ ਹੋ ਗਿਆ? ਇਹਦਾ ਮਤਲਬ ਪ੍ਰੋਪੇਗੇਸ਼ਨ ਆਫ ਐਰਰ ਆਪਣੇ ਕੋਲੇ ਜਿਹੜੀਆਂ ਅਸੀਂ ਟਰਮਸ ਡਿਸਕਸ ਕੀਤੀਆਂ ਉਹਨਾਂ ਦੇ ਵਿੱਚ ਸਾਰਿਆਂ 'ਚ ਹੋ ਸਕਦੀ ਹੈ। ਇਨ ਕੇਸ ਆਫ, ਆਵਾਜ਼ ਆ ਰਹੀ ਹੈ ਬੇਟੇ? ਆਪਾਂ ਕਰ ਰਹੇ ਸੀ ਟੌਪਿਕ ਪ੍ਰੋਪੇਗੇਸ਼ਨ ਆਫ ਐਰਰ। ਕੀ ਕਰ ਰਹੇ ਸੀ ਬੇਟੇ ਆਪਾਂ? ਪ੍ਰੋਪੇਗੇਸ਼ਨ ਆਫ, propagation means transfer of error। ਹਾਂਜੀ, very good। transfer of the error from components
from components to the result, from components to the result। ਠੀਕ ਹੈ ਜੀ, from the components to the results। ਇਹਦੀਆਂ ਟਾਈਪਸ ਕਿਹੜੀਆਂ ਕਿਹੜੀਆਂ ਹੋ ਗਈਆਂ? propagation of error in case of addition, in case of, ਹਾਂਜੀ, ਸੈਕਿੰਡ ਕੀ ਹੋ ਜੂਗੀ? propagation of error in case of subtraction। ਕਲੀਅਰ ਹੈ ਬੇਟੇ? ਥਰਡ ਆਪਣੇ ਕੋਲ ਕੀ ਹੋਊਗੀ ਬੇਟੇ? propagation of error in case of multiplication। ਠੀਕ ਹੈ ਜੀ, ਇਸ ਤਰ੍ਹਾਂ ਨਾਲ ਸਾਰੀਆਂ ਆਪਣੇ ਕੋਲ ਐਰਰਸ ਹੋ ਸਕਦੀਆਂ। ਪ੍ਰੋਪੇਗੇਸ਼ਨ ਆਫ ਐਰਰ ਇਨ ਐਡੀਸ਼ਨ, ਇਨ ਮਲਟੀਪਲੀਕੇਸ਼ਨ, ਇਨ ਡਿਵੀਜ਼ਨ, ਇਨ ਸਬਟ੍ਰੈਕਸ਼ਨ। ਠੀਕ ਹੈ ਬੇਟੇ, ਆਵਾਜ਼ ਆ ਰਹੀ ਬੇਟੇ? तो ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਪ੍ਰੋਪੇਗੇਸ਼ਨ ਆਫ ਐਰਰ ਇਨ ਟਰਮਸ ਆਫ ਐਡੀਸ਼ਨ। ਠੀਕ ਹੈ ਜੀ, ਪ੍ਰੋਪੇਗੇਸ਼ਨ ਆਫ ਐਰਰ ਇਨ ਟਰਮਸ ਆਫ ਐਡੀਸ਼ਨ। propagation of error in addition। ਐਡੀਸ਼ਨ ਦੇ ਵਿੱਚ ਐਰਰ ਹੈ ਜਿਹੜੀ ਉਹ ਕਿਸ ਤਰ੍ਹਾਂ ਨਾਲ ਕੀ ਹੋਊਗੀ? ਪ੍ਰੋਪੇਗੇਟ ਹੋਊਗੀ। ਠੀਕ ਹੈ ਜੀ, ਤਾਂ ਆਪਾਂ ਇਹਦੇ ਵਾਸਤੇ ਕੀ ਕਵਾਂਗੇ? let us suppose two observed quantities A and B। ਦੋ quantities ਲੈ ਲਓ ਕੋਈ। let us take, ਇਹ ਸਾਰਿਆਂ ਦੇ ਵਿੱਚ ਆ ਪਹਿਲੀ ਲਾਈਨ ਕਾਮਨ ਹੋਊਗੀ। ਠੀਕ ਹੈ ਜੀ, two observed values, ਦੋ observed values ਲੈ ਲਓ A and B। ਠੀਕ ਹੈ ਜੀ, let delta A and delta B is the absolute error in A and B। ठीक है जी, let X is their result, X is their, X ਹੁੰਦਾ ਰਿਜ਼ਲਟ। ਠੀਕ ਹੋ ਗਿਆ, ਤਾਂ ਆਪਾਂ ਕੀ ਕਰਨਾ? ਐਡੀਸ਼ਨ, ਇਹਦਾ ਮਤਲਬ X ਕਿਹਦੇ ਬਰਾਬਰ ਹੋਊਗਾ? A plus B। ਇਹ ਪੁਆਇੰਟ ਦੱਸੋ ਬੜੇ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਪਾਂ ਲਿਖੀਏ ਵਿਦ ਐਬਸੋਲੂਟ ਐਰਰ, ਤਾਂ ਕੀ ਲਿਖਾਂਗੇ? X ਦੇ ਵਿੱਚ ਕਿਹੜੀ ਐਰਰ ਹੋਊਗੀ? ਮੰਨ ਲਓ ਡੈਲਟਾ X, ਤੈਨੂੰ ਐ ਲਿਖ ਸਕਦੇ ਹਾਂ ਪਲੱਸ ਮਾਈਨਸ ਡੈਲਟਾ X। A ਨੂੰ ਕੀ ਲਿਖ ਸਕਦੇ ਹਾਂ ਬੇਟੇ ਫਿਰ? A ਪਲੱਸ ਮਾਈਨਸ ਡੈਲਟਾ A, ਪਲੱਸ ਦਾ ਨਿਸ਼ਾਨ ਉਵੇਂ ਦਾ ਉਵੇਂ। B ਦੀ ਥਾਂ ਤੇ ਕੀ ਲਿਖ ਸਕਦੇ ਹਾਂ? B ਪਲੱਸ ਮਾਈਨਸ ਡੈਲਟਾ B, ਕਿਉਂਕਿ ਉਹਦੇ ਵਿੱਚ ਜਿਹੜੀ ਐਰਰ ਹੈਗੀ ਐਬਸੋਲੂਟ, ਉਹ ਪੋਜ਼ਿਟਿਵ ਵੀ ਹੋ ਸਕਦੀ ਹੈ ਤੇ ਨੈਗੇਟਿਵ ਵੀ ਹੋ ਸਕਦੀ ਹੈ। ਦੈਟ ਇਜ਼ ਵਾਈ ਵੀ ਆਰ ਯੂਜ਼ਿੰਗ ਦੀ ਸਾਈਨਸ ਐਡੀਸ਼ਨ ਐਂਡ ਸਬਟ੍ਰੈਕਸ਼ਨ, ਇਕੱਠੇ ਆਪਾਂ ਯੂਜ਼ ਕਰ ਰਹੇ ਹਾਂ। ਠੀਕ ਹੈ, ਹੁਣ ਇਹਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਰੂਲ ਹੈ ਉਹ ਕੀ ਹੈ? ਵੀ ਜਿਹੜੀ ਫਸਟ ਇਕੁਏਸ਼ਨ ਹੈ ਨਾ, ਉਹ ਬਣਾਉਣੀ ਹੈ, ਉਹਦੀ ਵੈਲਿਊ ਨੂੰ ਵਿੱਚੋਂ ਆਪਾਂ ਕੱਟ ਦੇਣਾ, ਉਹ ਬਾਕੀ ਰਿਜ਼ਲਟ ਰਹਿ ਜਾਊਗਾ। ਹੁਣ ਆਪਣੇ ਕੋਲ ਕੀ A ਪਲੱਸ B ਹੈ ਨਾ, ਅਸੀਂ ਇਸ ਇਕੁਏਸ਼ਨ ਨੂੰ ਜੇ ਖੋਲ ਦਈਏ, ਇਹਨੂੰ ਖੋਲ ਦਈਏ, ਤਾਂ ਮੈਨੂੰ ਐ ਲਿਖ ਲਾਂ A, ਇਧਰੋਂ B ਚੱਕ ਲਾਂ ਪਲੱਸ B, ਫਿਰ ਆਹ ਵਾਲੀ ਟਰਮ ਲਿਖਦੇ ਆ ਪਲੱਸ ਮਾਈਨਸ ਡੈਲਟਾ A, ਫਿਰ ਲਿਖਦੇ ਆ ਪਲੱਸ ਮਾਈਨਸ ਡੈਲਟਾ B। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ ਇਹ ਸਟੈਪ? ਹੁਣ ਫਰੋਮ ਇਕੁਏਸ਼ਨ ਫਸਟ, ਫਰੋਮ ਇਕੁਏਸ਼ਨ ਫਸਟ X ਕਿਹਦੇ ਬਰਾਬਰ ਹੈ? A ਪਲੱਸ B ਦੇ। ਇਹਦਾ ਮਤਲਬ ਇੱਥੇ ਅਸੀਂ ਕੀ ਭਰ ਸਕਦੇ ਹਾਂ? ਹਾਂਜੀ, X ਪਲੱਸ ਮਾਈਨਸ ਡੈਲਟਾ X ਕਿਹਦੇ ਬਰਾਬਰ ਹੋ ਗਿਆ?
x ਪਲੱਸ ਮਾਈਨਸ ਡੈਲਟਾ a ਪਲੱਸ ਮਾਈਨਸ ਡੈਲਟਾ b, ਕਹਿਣ ਦਾ ਮਤਲਬ ਅਸੀਂ ਇਹਦੀ ਥਾਂ ਤੇ ਕੀ ਭਰਤਾ x। ਕਲੀਅਰ ਹੋ ਗਿਆ ਬੇਟੇ। ਹੁਣ ਇੱਧਰ x ਪੋਜ਼ਿਟਿਵ ਹੈ ਤਾਂ ਇਕੁਅਲ ਟੂ ਦੇ ਨਿਸ਼ਾਨ ਦੇ ਇੱਧਰ ਜਾ ਕੇ ਕੀ ਹੋ ਜਾਊਗਾ ਬੇਟੇ? ਬੇਟੇ ਇੱਧਰ ਐਡ ਹੈ, ਉਧਰ ਜਾ ਕੇ ਸਬਟਰੈਕਟ ਹੋਊਗਾ। ਜੇ ਐਡੀਸ਼ਨ ਹੈ ਤਾਂ ਸਬਟਰੈਕਸ਼ਨ ਹੋ ਜੂ, ਮਲਟੀਪਲਾਈ ਹੈ ਤਾਂ ਡਿਵਾਈਡ ਹੋ ਜਾਊਗਾ। ਇਹਦਾ ਮਤਲਬ ਇੱਧਰ ਸਾਡੇ ਕੋਲ ਕੀ ਬਣ ਗਿਆ? x ਪਲੱਸ ਮਾਈਨਸ ਡੈਲਟਾ x ਮਾਈਨਸ x ਕਿਹਦੇ ਬਰਾਬਰ ਆ ਗਿਆ? ਪਲੱਸ ਮਾਈਨਸ ਡੈਲਟਾ a ਪਲੱਸ ਮਾਈਨਸ ਡੈਲਟਾ b। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? x ਨਾਲ x ਕੀ ਹੋ ਗਿਆ ਬੇਟੇ? ਕੈਂਸਲ। ਪਲੱਸ ਮਾਈਨਸ ਡੈਲਟਾ x ਕਿਹਦੇ ਬਰਾਬਰ ਆ ਗਿਆ? ਪਲੱਸ ਮਾਈਨਸ ਡੈਲਟਾ a ਪਲੱਸ ਮਾਈਨਸ ਡੈਲਟਾ b। ਹੁਣ ਅਸੀਂ ਕੈਲਕੂਲੇਟ ਕਰੀਏ ਮੈਕਸਿਮਮ ਐਰਰ। ਕੀ ਕੈਲਕੂਲੇਟ ਕਰੀਏ? ਡੈਲਟੇ ਵਾਲੀ ਤੈਨੂੰ ਕਹਿੰਦੇ ਮੈਕਸਿਮਮ ਐਬਸੋਲੂਟ ਐਰਰ। ਮੈਕਸਿਮਮ ਦੇ ਵਿੱਚ ਕਿਹੜਾ ਸਾਈਨ ਲਾਵਾਂਗੇ? ਪੋਜ਼ਿਟਿਵ ਓਨਲੀ। ਇਹਦਾ ਮਤਲਬ ਡੈਲਟਾ x ਕਿਹਦੇ ਬਰਾਬਰ ਆ ਗਿਆ? ਡੈਲਟਾ a ਪਲੱਸ ਡੈਲਟਾ b। ਦੱਸੋ ਬੇਟਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦੇ ਕਹਿਣ ਦਾ ਮਤਲਬ ਕੀ, ਇਸ ਰਿਜ਼ਲਟ ਦਾ ਮਤਲਬ ਕੀ ਹੈ ਵੀ ਜੇਕਰ a ਤੇ b ਦੇ ਵਿੱਚ ਐਰਰ ਹੈ ਤਾਂ ਰਿਜ਼ਲਟ ਦੇ ਵਿੱਚ ਐਰਰ ਕੀ ਹੋ ਜੂਗੀ? ਐਡ ਹੋ ਜੂਗੀ। ਰਿਜ਼ਲਟ ਦੇ ਵਿੱਚ ਐਬਸੋਲੂਟ ਐਰਰ ਕੀ ਹੋ ਜੂਗੀ? ਐਡ। ਠੀਕ ਹੈ ਜੀ। तो ਆਪਾਂ ਕਿਹਾ ਸੋ in case of propagation of error in addition, ठीक है जी, maximum error, maximum absolute error in result is equal to the sum of maximum absolute error which is present in components, which is present in components कह लो या कह लो observed value। दसो बेटे पॉइंट क्लियर होया कि नहीं होया? कहने का मतलब ये है भी जिवें ਆਪਾਂ एग्जांपल ਲਈ ਸੀ ਵੀ ਆਪਣੇ ਕੋਲ ਮੰਨ ਲਓ ਆ 5 ਪਲੱਸ ਮਾਈਨਸ 0.2 ਹੈ, ਇਹ ਵੈਲਿਊ ਆਪਣੇ ਕੋਲ a ਹੈ। ਉਹ ਇਧਰ b ਵੈਲਿਊ ਹੈਗੀ ਹੈ 6 ਪਲੱਸ ਮਾਈਨਸ 0.1। ਤੇ ਜੇ ਅਸੀਂ ਉਹਦਾ ਰਿਜ਼ਲਟ ਕੈਲਕੂਲੇਟ ਕੀਤਾ a ਪਲੱਸ b 6 11 ਹੋ ਜਾਣਾ, ਪਰ ਐਰਰ ਵੀ ਕੀ ਹੋ ਜੂਗੀ? ਐਡ ਹੋ ਜੂਗੀ। ਐਰਰ ਵੀ ਕੀ ਹੋ ਜੂਗੀ? 0.2 ਮੈਕਸਿਮਮ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਅੱਜ ਆਪਾਂ ਇੰਨਾ ਹੀ ਕਰਾਂਗੇ ਬੇਟੇ। ਕੱਲ ਆਪਾਂ ਕਰਾਂਗੇ ਪ੍ਰੋਪਗੇਸ਼ਨ ਆਫ ਐਰਰ ਇਨ ਕੇਸ ਆਫ ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਐਂਡ ਡਿਵੀਜ਼ਨ। ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਐਂਡ ਡਿਵੀਜ਼ਨ। ਠੀਕ ਹੈ ਬੇਟੇ। ਹਾਂਜੀ ਹਾਂਜੀ। ਐਰਰ ਦੀ ਡੈਫੀਨੇਸ਼ਨ ਬੇਟੇ ਤੁਸੀਂ ਯਾਦ ਕਰਨੀ ਹੈਗੀ ਹੈ। ਐਬਸੋਲੂਟ ਐਰਰ ਕੀ ਹੈ, ਰਿਲੇਟਿਵ ਐਰਰ ਕੀ ਹੈ, ਪਰਸੈਂਟੇਜ ਐਰਰ ਕੀ ਹੈ। ਕੱਲ ਲਾਸਟ ਟਾਈਮ ਵੀ ਤੁਸੀਂ ਹੋਮਵਰਕ ਆਪਦਾ ਕੀਤਾ ਨਹੀਂ, ਵੌਇਸ ਮੈਸੇਜ ਸੈਂਡ ਨਹੀਂ ਕੀਤੇ। वॉइस मैसेज सेंड करनी है, ठीक है। ठीक है बेटे।